हेलो एवरीवन वेलकम और वेलकम बैक टू माई चैनल BA ਸਮੈਸਟਰ 3 ਪਬਲਿਕ ਐਡਮਿਨਿਸਟ੍ਰੇਸ਼ਨ ਦੀ ਵੀਡੀਓ ਸੀਰੀਜ਼ ਦੇ ਵਿੱਚ ਅੱਜ ਆਪਾਂ ਕਵਰ ਕਰਾਂਗੇ ਟੌਪਿਕ ਸੈਕਸ਼ਨ B ਦਾ ਟ੍ਰੇਨਿੰਗ ਕੀ ਹੁੰਦੀ ਹੈ। ਤਾਂ ਟ੍ਰੇਨਿੰਗ ਯਾਨੀ ਕਿ ਸਿਖਲਾਈ ਦਾ ਅਰਥ, ਸਿਖਲਾਈ ਦੀਆਂ ਕਿਸਮਾਂ, ਭਾਰਤ ਦੇ ਵਿੱਚ ਸਿਖਲਾਈ ਪ੍ਰਣਾਲੀ ਕੀ ਹੈ, ਇਸ ਦੇ ਦੋਸ਼ ਕੀ ਨੇ, ਕਿੱਦਾਂ ਇਹ ਦੋਸ਼ ਦੂਰ ਕੀਤੇ ਜਾ ਸਕਦੇ ਨੇ। ਸੋ ਸੈਕਸ਼ਨ B ਦੇ ਵਿੱਚ ਆਪਾਂ 2 ਟੌਪਿਕਸ ਹਜੇ ਕਰਾਂਗੇ, ਬਾਕੀ ਟੌਪਿਕਸ ਬਾਅਦ 'ਚ ਕਵਰ ਕਰਾਂਗੇ। ਠੀਕ ਹੈ, ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਫਟਾਫਟ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਵੀਡੀਓ ਪਹੁੰਚਦੀ ਹੋਵੇ। ਤਾਂ ਸਿਖਲਾਈ ਦਾ ਕੀ ਅਰਥ ਹੈ? ਸਿਖਲਾਈ ਦਾ ਅਰਥ ਹੈ ਕਿ ਕੋਈ ਵਿਸ਼ੇਸ਼ ਧੰਦਾ, ਕੋਈ ਵਿਸ਼ੇਸ਼ ਕਲਾ, ਕੋਈ ਵਿਸ਼ੇਸ਼ ਕਾਰੋਬਾਰ ਦਾ ਗਿਆਨ ਪ੍ਰਦਾਨ ਕਰਨਾ। ਤਾਂ ਜਿਵੇਂ ਫੋਰ ਐਗਜ਼ਾਮਪਲ B.Ed ਦੇ ਲਈ ਆਪਾਂ ਪਹਿਲਾਂ ਟ੍ਰੇਨਿੰਗ ਲਗਾਉਂਦੇ ਹਾਂ ਤਾਂ ਕਿ ਅਸੀਂ ਜਿਹੜਾ ਹੈਗਾ ਟੀਚਿੰਗ ਲਈ, ਅੱਛੇ ਟੀਚਰ ਬਣਨ ਲਈ ਜਿਹੜਾ ਹੈਗਾ ਅਸੀਂ ਕੈਪੇਬਲ ਹੋ ਜਾਈਏ, ਐਫੀਸ਼ੀਐਂਸੀ ਸਾਡੇ 'ਚ ਆ ਜਾਏ, ਸਾਡੇ ਅੰਦਰ ਪੋਟੈਂਸ਼ੀਅਲਿਟੀ ਆ ਜਾਏ। ਤਾਂ ਸਿਖਲਾਈ ਪਹਿਲਾਂ ਸਾਨੂੰ ਦਿੱਤੀ ਜਾਂਦੀ ਹੈ। ਹੁਣ ਫਸਟ ਆਫ ਆਲ ਅਗਰ ਅਸੀਂ ਪੁਲਿਸ 'ਚ ਭਰਤੀ ਹੋਣਾ ਹੈ ਤਾਂ ਅਸੀਂ ਜਿਹੜਾ ਹੈ ਟ੍ਰੇਨਿੰਗ ਕੈਂਪਸ 'ਚ ਜਿਹੜੇ ਨੇ ਉਹ ਜੁਆਇਨ ਕਰਦੇ ਹਾਂ। ਸੋਲਜਰ ਬਣਨਾ ਹੈਗਾ ਤਾਂ ਅਸੀਂ ਟ੍ਰੇਨਿੰਗ ਕੈਂਪ ਜਿਹੜੇ ਹੈਗੇ ਆ ਜੁਆਇਨ ਕਰਦੇ ਹਾਂ। ਤਾਂ ਸਿਖਲਾਈ ਦਾ ਅਰਥ ਇਹੀ ਹੁੰਦਾ ਕਿ ਅਸੀਂ ਜਦੋਂ ਹੈਗਾ ਕਿਸੇ ਵਿਸ਼ੇਸ਼ ਧੰਦਾ, ਕਿੱਤਾ, ਕਲਾ, ਕਾਰੋਬਾਰ ਅਪਣਾਉਣ ਲਈ ਕੋਈ ਗਿਆਨ ਜਿਹੜਾ ਹੈ ਉਹ ਮੁਹੱਈਆ ਸਾਡੇ ਲਈ ਕਰਵਾਇਆ ਜਾਏ ਤਾਂ ਉਸਨੂੰ ਅਸੀਂ ਸਿਖਲਾਈ ਕਹਿੰਦੇ ਹਾਂ। ਤਾਂ ਸਿਧਾਂਤਕ ਗਿਆਨ ਨੂੰ ਵਿਹਾਰਿਕ ਗਿਆਨ ਦੇ ਵਿੱਚ ਬਦਲਣ ਲਈ, ਠੀਕ ਹੈ, ਜਿਹੜੀ ਥਰੈਕਟੀਕਲ ਨੌਲੇਜ ਹੈ ਉਸਨੂੰ ਪ੍ਰੈਕਟੀਕਲ ਨੌਲੇਜ ਦੇ ਵਿੱਚ ਬਦਲਣ ਲਈ ਉਹੀ ਕਲਾ ਨੂੰ ਜਿਹੜਾ ਹੈ ਸਿਖਲਾਈ ਕਿਹਾ ਜਾਂਦਾ। ਤਾਂ ਗਲੈਡਨ ਕਹਿੰਦੇ ਆ ਕਿਸੇ ਵਿਅਕਤੀ ਦੀ ਨਿਪੁੰਨਤਾ, ਸ਼ਕਤੀ, ਬੁੱਧੀ ਦੇ ਵਿੱਚ ਸੁਧਾਰ, ਵਾਧਾ ਅਤੇ ਉਸਦੇ ਵਿਚਾਰਾਂ ਦਾ ਖਾਸ ਦਿਸ਼ਾ ਵਿੱਚ ਵਿਕਾਸ ਕਰਨਾ ਹੀ ਸਿਖਲਾਈ ਕਹਾਉਂਦਾ ਹੈ। ਸਿਖਲਾਈ ਦਾ ਉਦੇਸ਼ ਕੀ ਹੁੰਦਾ ਹੈ ਕਿ ਜਿੰਨੇ ਵੀ ਕਰਮਚਾਰੀ ਨੇ ਉਹਨਾਂ ਦੀ ਕਾਰਜ ਸਮਰੱਥਾ ਦਾ ਵਿਕਾਸ ਕਰਨਾ ਅਤੇ ਉਹਨਾਂ ਵਿੱਚ ਪ੍ਰਸ਼ਾਸਨ, ਉਹਨਾਂ ਦੇ ਵਿੱਚ ਸਮਾਜਿਕ ਪ੍ਰਸਥਿਤੀਆਂ ਦੇ ਪ੍ਰਤੀ ਵਿਆਪਕ ਵਿਹਾਰਕ, ਵਿਗਿਆਨਕ, ਵਿਸ਼ਲੇਸ਼ਣਾਤਮਕ ਦ੍ਰਿਸ਼ਟੀਕੋਣ ਪੈਦਾ ਕਰਨਾ। ਮਤਲਬ ਇੱਕ ਵੱਡਾ ਸਾਰਾ ਉਹਨਾਂ ਦੇ ਅੰਦਰ ਜਿਹੜਾ ਹੈ ਬਰੋਡ ਜਾਂ ਕੰਸੈਪਟ ਬਿਠਾ ਦੇਣਾ ਕਿ ਕਿੱਦਾਂ ਉਹਨਾਂ ਨੇ ਥਰੈਟੀਕਲ, ਪ੍ਰੈਕਟੀਕਲ ਅਤੇ ਜਿਹੜੀ ਹੈ ਐਨਾਲਿਟੀਕਲ ਨੌਲੇਜ ਗ੍ਰਹਿਣ ਕਰਨੀ ਹੈ ਅਤੇ ਸਾਇੰਟੀਫਿਕ ਵਿਧੀ ਜਿਹੜੀ ਹੈ ਉਹਨਾਂ ਦੇ ਅੰਦਰ ਦ੍ਰਿਸ਼ਟੀਕੋਣ ਜਿਹੜਾ ਹੈ ਪੈਦਾ ਕਰ ਦੇਣਾ। ਇਸ ਦੇ ਦੁਆਰਾ ਕਰਮਚਾਰੀਆਂ ਨੂੰ ਨਵੀਂ ਪ੍ਰਸਥਿਤੀਆਂ, ਨਵਾਂ ਇਨਵਾਇਰਮੈਂਟ ਸਮਝਣ ਦੇ ਵਿੱਚ ਮਦਦ ਮਿਲਦੀ ਹੈ ਅਤੇ ਉਹ ਆਪਣੇ ਆਪ ਨੂੰ ਕੈਪੇਬਲ ਬਣਾ ਲੈਂਦੇ ਨੇ, ਸਮਰੱਥਾ ਉਹਨਾਂ ਨੂੰ ਪ੍ਰਦਾਨ ਕਰਵਾਈ ਜਾਂਦੀ ਹੈ। ਇਹ ਕਰਮਚਾਰੀਆਂ ਨੂੰ ਨਿਪੁੰਨ ਨਹੀਂ ਬਣਾਉਂਦੀ ਬਲਕਿ ਉਹਨਾਂ ਦਾ ਦ੍ਰਿਸ਼ਟੀਕੋਣ ਯਾਨੀ ਕਿ ਪਰਸਪੈਕਟਿਵ ਨੂੰ ਵੀ ਜਿਹੜਾ ਹੈ ਬਰੋਡ ਕਰਦੀ ਹੈ, ਵਿਸਤ੍ਰਿਤ ਬਣਾਉਂਦੀ ਹੈ। ਆਤਮ ਵਿਸ਼ਵਾਸੀ ਉਹ ਬਣ ਜਾਂਦੇ ਨੇ, ਸੰਖੇਪ ਅਤੇ ਸੁਤੰਤਰ ਨਿਰਣੇ ਉਹ ਕਰ ਸਕਦੇ ਨੇ। ਤਾਂ ਟ੍ਰੇਨਿੰਗ ਜਿਹੜੀ ਹੈਗੀ ਆ ਆਪਣੇ ਕਰਤੱਵ ਅਤੇ ਉਦੇਸ਼ ਦਾ ਗਿਆਨ ਵੀ ਪ੍ਰਦਾਨ ਕਰਦੀ ਹੈ ਕਿ ਕਿਹੜੀ ਜੋਬ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਉਸ ਦੇ ਅਕੋਰਡਿੰਗ ਤੁਹਾਨੂੰ ਅਗਰ ਟ੍ਰੇਨਿੰਗ ਹੈ ਤਾਂ ਤੁਸੀਂ ਕੈਪੇਬਲ ਹੋਵੋਗੇ ਉਹਦੇ ਵਿੱਚ ਜਾਣ ਲਈ। ਤੁਹਾਨੂੰ ਪ੍ਰੈਕਟੀਕਲ ਨੌਲੇਜ ਜਿਹੜੀ ਹੈਗੀ ਦਿੱਤੀ ਜਾਊਗੀ ਕਿ ਕਿੱਦਾਂ ਤੁਸੀਂ ਬਿਹੇਵ ਕਰਨਾ। ਹੁਣ ਸਿਖਲਾਈ ਦੀਆਂ ਕਿਸਮਾਂ ਜਿਹੜੀਆਂ ਨੇ 2 ਪ੍ਰਕਾਰ ਦੀਆਂ ਹੁੰਦੀਆਂ, ਰਸਮੀ ਯਾਨੀ ਕਿ ਫਾਰਮਲ, ਗੈਰ ਰਸਮੀ ਯਾਨੀ ਕਿ ਇਨਫਾਰਮਲ। ਰਸਮੀ ਦੇ ਵਿੱਚ ਹੁੰਦਾ ਹੈ ਕਿ ਬਿਲਕੁਲ ਫੇਸ ਟੂ ਫੇਸ, ਠੀਕ ਹੈ, ਇੰਟਰੈਕਟ ਕਰਨਾ। ਤਾਂ ਬਿਲਡਿੰਗ ਹੋਏਗੀ, ਠੀਕ ਹੈ, ਸਾਹਮਣੇ ਟੀਚਰ ਹੁੰਦਾ ਤਾਂ ਉਸਨੂੰ ਅਸੀਂ ਕੀ ਕਹਿੰਦੇ ਆ, ਰਸਮੀ। ਹੁਣ ਜਿਵੇਂ ਰਸਮੀ ਸਿੱਖਿਆ ਦਾ ਮਤਲਬ ਕੀ ਹੈ, ਜਿਹੜੀ ਤੁਸੀਂ ਕਾਲਜ 'ਚ ਜਾ ਕੇ ਐਡੂਕੇਸ਼ਨ ਲੈਂਦੇ ਹੋ, ਠੀਕ ਹੈ। ਇਨਫਾਰਮਲ ਕਿਹੜੀ ਹੈ ਕਿ ਮੈਂ ਤੁਹਾਨੂੰ ਦੇ ਰਹੀ ਹਾਂ, ਤੁਸੀਂ ਕਦੇ ਵੀ ਮੇਰੇ ਲੈਕਚਰ ਸੁਣ ਸਕਦੇ ਹੋ ਜਦੋਂ ਵੀ ਤੁਸੀਂ ਘਰੇ ਬੈਠੇ ਹੋ ਆਰਾਮ ਦੇ ਨਾਲ, ਹੈ ਨਾ। ਤਾਂ ਕਦੇ ਵੀ ਦੇਖ ਸਕਦੇ ਹੋ ਆਪਣੀ ਟਾਈਮ ਦੇ ਮੈਨੇਜਮੈਂਟ ਦੇ ਅਕੋਰਡਿੰਗ। ਤਾਂ ਫਾਰਮਲ ਟ੍ਰੇਨਿੰਗ ਕੀ ਹੈ, ਤੇ ਤੁਸੀਂ 9 ਵਜੇ ਕਾਲਜ ਪਹੁੰਚਣਾ, 4 ਵਜੇ ਤੁਹਾਡੀ ਛੁੱਟੀ ਹੋਊਗੀ, ਹੈ ਨਾ। ਤਾਂ ਉਹ ਫਾਰਮਲ ਐਜੂਕੇਸ਼ਨ ਹੈ ਨਾ। ਇੱਦਾਂ ਹੀ ਫਾਰਮਲ ਟ੍ਰੇਨਿੰਗ ਹੁੰਦੀ ਹੈ ਜਦੋਂ ਵਿਭਾਗ ਮੁਖੀ ਜਾਂ ਉੱਚ ਅਧਿਕਾਰੀਆਂ ਦੁਆਰਾ ਕਰਮਚਾਰੀ ਨੂੰ ਉਪਦੇਸ਼, ਹਿਦਾਇਤਾਂ, ਨਿਰਦੇਸ਼ ਦਿੱਤੇ ਜਾਂਦੇ ਨੇ ਤਾਂ ਇਹਨਾਂ ਦੇ ਅਕੋਰਡਿੰਗ ਸਿਖਲਾਈ ਦਿੱਤੀ ਜਾਂਦੀ ਹੈ, ਉਸਨੂੰ ਅਸੀਂ ਰਸਮੀ ਸਿਖਲਾਈ ਕਹਿੰਦੇ ਹਾਂ। ਤਾਂ ਖੁਦ ਆ ਕੇ ਜਿਹੜੇ ਹੈਗੇ ਅਧਿਕਾਰੀ ਉਹ ਕਰਮਚਾਰੀਆਂ ਨੂੰ ਜਿਹੜੇ ਹੈਗੇ ਨੇ ਸਿਖਲਾਈ ਦਿੰਦੇ ਨੇ। ਇਸ ਤਰ੍ਹਾਂ ਦੀ ਸਿਖਲਾਈ ਦੇ ਵਿੱਚ ਜਿਹੜਾ ਹੈ ਸਿਖਲਾਈ ਦੇਣ ਲਈ ਪ੍ਰਸ਼ਾਸਕੀ ਕਾਲਜ ਸੰਸਥਾਵਾਂ ਦੀ ਸਥਾਪਨਾ ਕੀਤੀ ਜਾਂਦੀ ਹੈ ਅਤੇ ਕਰਮਚਾਰੀਆਂ ਨੂੰ ਵਿਭਾਗ ਦੀ ਕਾਰਜ ਪ੍ਰਣਾਲੀ ਬਾਰੇ ਦੱਸਿਆ ਜਾਂਦਾ ਹੈ, ਕਰਤੱਵਾਂ ਬਾਰੇ, ਕੀ ਆਚਰਣ ਉਹਨਾਂ ਨੇ ਰੱਖਣਾ ਹੈ, ਕਿਹੜੇ ਕੋਡ ਉਹਨਾਂ ਨੇ ਫੋਲੋ ਕਰਨੇ ਹੈ, ਸਾਰਾ ਤੋਂ ਜਾਣੂ ਕਰਵਾਇਆ ਜਾਂਦਾ ਹੈ। ਤਾਂ ਉਹ ਦਫ਼ਤਰ ਵਿੱਚ ਪਹੁੰਚਦੇ ਹੀ ਅਨੁਸ਼ਾਸਨ ਵਿੱਚ ਰਹਿ ਕੇ ਤਾਂ ਕਿ ਉਹ ਚੰਗੀ ਤਰ੍ਹਾਂ ਕੰਮ ਕਰ ਸਕਣ। ਤਾਂ ਇਹ ਟ੍ਰੇਨਿੰਗ ਕਿਉਂ ਦਿੱਤੀ ਜਾਂਦੀ ਹੈ, ਤਾਂ ਕਿ ਜਦੋਂ ਵੀ ਉਹਨਾਂ ਦੀ ਜੋਬ ਲੱਗੇ ਤਾਂ ਉਹ ਫਟਾਫਟ ਜਾ ਕੇ ਅੱਛੇ ਤਰੀਕੇ ਨਾਲ, ਡਿਸਿਪਲਿਨਡ ਵੇ ਦੇ ਨਾਲ, ਪੋਟੈਂਸ਼ੀਅਲਿਟੀ ਦੇ ਨਾਲ ਆਪਣਾ ਕੰਮ ਜੁਆਇਨ ਕਰ ਲੈਣ, ਨਿਪੁੰਨਤਾਪੂਰਵਕ ਕੰਮ ਕਰ ਸਕਣ। ਇਹਨਾਂ ਦੇ ਰਾਹੀਂ ਕਰਮਚਾਰੀ ਨੂੰ ਆਪਣੇ ਕਰਤੱਵਾਂ ਦਾ ਗਿਆਨ ਵੀ, ਮੈਂ ਕੀ ਡਿਊਟੀਜ਼ ਉੱਥੇ ਕਰਨੀਆਂ ਨੇ, ਗਿਆਨ ਹੋ ਜਾਂਦਾ ਹੈ ਅਤੇ ਉਹਨਾਂ ਦੇ ਵਿੱਚ ਕਾਰਜਾਂ ਨੂੰ ਕਰਨ ਦੀ ਸਮਰੱਥਾ ਵੱਧ ਜਾਂਦੀ ਹੈ ਅਤੇ ਉਹ ਜਿਹੜੇ ਨੇ ਕੋਡ ਆਫ ਕੰਡਕਟ ਦਾ ਵੀ ਜਿਹੜਾ ਹੈ ਗਿਆਨ ਦਿੱਤਾ ਜਾਂਦਾ ਹੈ। ਗੈਰ ਰਸਮੀ ਸਿਖਲਾਈ ਦੇ ਮੁਕਾਬਲੇ ਰਸਮੀ ਸਿਖਲਾਈ ਜਿਹੜੀ ਹੈ ਨਿਯਮਿਤ ਤਰੀਕੇ ਨਾਲ ਦਿੱਤੀ ਜਾਂਦੀ ਹੈ। ਪ੍ਰੋਪਰ ਲੈਕਚਰਸ ਹੁੰਦੇ ਨੇ, ਪ੍ਰੋਪਰ ਡਰੈਸ ਕੋਡ ਹੁੰਦਾ ਹੈ, ਠੀਕ ਹੈ, ਪ੍ਰੋਪਰ ਜਿਹੜੇ ਹੈਗੇ ਪੀਰੀਅਡਸ ਲੱਗਦੇ ਨੇ। ਸੋ ਕਰਿਕੂਲਮ ਨੂੰ ਫੋਲੋ ਕੀਤਾ ਜਾਂਦਾ ਹੈ, ਠੀਕ ਹੈ। ਸੋ ਬਿਨਾਂ ਝਿਜਕ ਜਿਹੜਾ ਹੈ ਤਾਂ ਕਿ ਅਹੁਦੇ ਨੂੰ ਸੰਭਾਲਿਆ ਜਾ ਸਕੇ। ਤਾਂ ਰਸਮੀ ਸਿਖਲਾਈ ਦੇ ਵਿੱਚ ਜਿਹੜੀ ਹੈਗੀ ਇੱਕ ਸੰਤੁਲਿਤ, ਇੱਕ ਪੂਰਵ ਨਿਯੋਜਿਤ ਪ੍ਰਕਿਰਿਆ ਹੁੰਦੀ ਹੈ। ਪੂਰਵ ਨਿਯੋਜਿਤ ਮਤਲਬ ਪ੍ਰੀ ਪਲੈਨਡ ਹੁੰਦੀ ਹੈਗੀ ਹੈ। ਤਾਂ ਇਸ ਦੇ ਵਿੱਚ ਜਿਹੜੇ ਹੈਗੇ 3 ਕਿਸਮਾਂ ਦੇ ਵਿੱਚ ਇਸ ਨੂੰ ਵੰਡ ਸਕਦੇ ਹਾਂ। ਪੂਰਵ ਸਿਖਲਾਈ,
ਨੌਕਰੀ ਦੌਰਾਨ ਸਿਖਲਾਈ ਅਤੇ ਸੇਵਾ ਪ੍ਰਵੇਸ਼ ਉਪਰੰਤ ਸਿਖਲਾਈ। ਸਭ ਤੋਂ ਪਹਿਲਾਂ ਤਾਂ ਟ੍ਰੇਨਿੰਗ, ਜਿਵੇਂ ਹੁਣ ਆਪਾਂ ਫੋਰ ਐਗਜ਼ਾਮਪਲ ਕੋਈ ਜੌਬ ਜੁਆਇਨ ਕਰਨੀ ਹੈਗੀ ਆ, ਉਸ ਤੋਂ ਪਹਿਲਾਂ ਹੀ ਆਪਾਂ ਉਸ ਦੇ ਲਈ ਕੈਪੇਬਲ ਹੁੰਦੇ ਹਾਂ। ਫੋਰ ਐਗਜ਼ਾਮਪਲ ਜਿਹਨੇ ਕਿਸੇ ਨੇ ਸੋਲਜਰ ਬਣਨਾ, ਸਿਪਾਹੀ ਬਣਨਾ, ਤਾਂ ਉਹ ਪਹਿਲਾਂ ਟ੍ਰੇਨਿੰਗ ਲੈ ਕੇ ਆਉਂਦਾ ਹੈ ਨਾ। ਉਸ ਤੋਂ ਬਾਅਦ 'ਚ ਕਈ ਵਾਰ ਕੀ ਹੁੰਦਾ ਕਿ ਉਹਦੀ ਬਿਲਕੁਲ ਹੀ ਰੈਲੀ ਤੋਂ ਆਇਆ ਹੁੰਦਾ ਅਤੇ ਉਸਦੀ ਨੌਕਰੀ ਲੱਗ ਜਾਂਦੀ ਹੈ, ਜੌਬ, ਠੀਕ ਹੈ। ਉਸ ਤੋਂ ਬਾਅਦ 'ਚ ਉਸਨੂੰ ਨੌਕਰੀ ਦੇ ਦੌਰਾਨ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕਿ ਉਹ ਪ੍ਰਮੋਸ਼ਨ ਕਰ ਲਏ ਵਧੀਆ। ਫਿਰ ਹੁੰਦੀ ਹੈ ਸੇਵਾ ਪ੍ਰਵੇਸ਼ ਉਪਰੰਤ। ਸੇਵਾ ਪ੍ਰਵੇਸ਼ ਉਪਰੰਤ ਕੀ ਹੁੰਦੀ ਹੈ, ਜਦੋਂ ਜੌਬ ਲੱਗਦੀ ਹੈਗੀ ਹੈ ਉਸ ਤੋਂ ਬਾਅਦ ਦੇ ਵਿੱਚ ਇਮੀਡੀਏਟ ਉਸਨੂੰ ਜਿਹੜਾ ਹੈ ਦਿੱਤੀ ਜਾਂਦੀ ਹੈਗੀ ਹੈ, ਉਹ ਹੁੰਦੀ ਹੈ ਸੇਵਾ ਉਪਰੰਤ। ਗੈਰ ਰਸਮੀ ਸਿਖਲਾਈ ਜਿਹੜੀ ਹੈਗੀ ਆ, ਆਪਾਂ ਨੇ ਪਹਿਲਾਂ ਕੀ ਪੜ੍ਹੀ ਹੈ, ਰਸਮੀ, ਫਾਰਮਲ। ਹੁਣ ਕੀ ਹੈ, ਇਨਫਾਰਮਲ। ਇਹ ਪਰੰਪਰਾਗਤ ਹੈ, ਪੁਰਾਣੇ ਤਰ੍ਹਾਂ ਦੀ ਹੈ, ਜੋ ਹਮੇਸ਼ਾ ਵਰਤੋਂ ਦੇ ਵਿੱਚ ਲਿਆਈ ਜਾਂਦੀ ਹੈ ਅਤੇ ਪ੍ਰਸ਼ਾਸਨ ਦੇ ਜ਼ਿਆਦਾਤਰ ਭਾਗ ਦੇ ਵਿੱਚ ਕੀਤੀ ਜਾਂਦੀ ਹੈ। ਪ੍ਰਸ਼ਾਸਨ ਦੀਆਂ ਜ਼ਿਆਦਾਤਰ ਇਕਾਈਆਂ ਅਤੇ ਸੰਸਥਾਵਾਂ ਦੇ ਵਿੱਚ ਕਰਮਚਾਰੀ ਇਸੇ ਤਰ੍ਹਾਂ ਦੀ ਸਿਖਲਾਈ ਪ੍ਰਾਪਤ ਕਰਦੇ ਨੇ। ਅਤੇ ਗੈਰ ਰਸਮੀ ਸਿਖਲਾਈ ਤੋਂ ਭਾਵ ਹੈ ਉਹ ਸਿਖਲਾਈ ਜਿਸ ਦੇ ਵਿੱਚ ਕਰਮਚਾਰੀ ਆਪਣੇ ਉੱਚ ਕਰਮਚਾਰੀ ਦੇ ਅਧੀਨ ਕੰਮ ਕਰਦੇ ਹੋਏ ਆਪਣੀ ਗਲਤੀਆਂ ਨਾਲ ਸਿੱਖਦੇ ਆ, ਠੀਕ ਹੈ। ਤਾਂ ਕਰਕੇ ਸਿੱਖਦੇ ਨੇ ਗਲਤੀਆਂ ਦੇ ਨਾਲ। ਤਾਂ ਅਨੁਭਵ ਦੇ ਮਾਧਿਅਮ ਦੇ ਨਾਲ ਜਿਹੜੇ ਹੈ ਉਹ ਨਿਪੁੰਨਤਾ ਪ੍ਰਾਪਤ ਕਰਨੇ। ਉਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਹੈਗੀ ਕਿ ਫਾਰਮਲ ਟ੍ਰੇਨਿੰਗ ਨਹੀਂ ਹੈ। ਹੁਣ ਜਿਵੇਂ ਵੱਡਾ ਕੋਈ ਕਰ ਰਿਹਾ, ਅਗਰ ਉਸ ਤੋਂ ਗਲਤੀ ਹੋ ਗਈ ਤਾਂ ਜਿਹੜਾ ਹੈ ਛੋਟਾ ਵੀ ਸਿੱਖ ਲੈਂਦਾ। ਨਵੇਂ ਕਰਮਚਾਰੀਆਂ ਨੂੰ ਘੱਟ ਤੋਂ ਘੱਟ ਤਨਖਾਹ ਦੇ ਕੇ ਕੰਮਾਂ ਦੇ ਉੱਤੇ ਲਗਾ ਦਿੱਤਾ ਜਾਂਦਾ ਹੈ। ਫਿਰ ਉਹ ਆਪਣੇ ਅਨੁਭਵ ਦੇ ਨਾਲ ਹੀ ਸਿੱਖਦੇ ਨੇ, ਵੱਡਿਆਂ ਨੂੰ ਦੇਖ ਕੇ ਸਿੱਖਦੇ ਆ ਕਿ ਕਿੱਦਾਂ ਉਹਨਾਂ ਦੇ ਜਿਹੜੇ ਵੱਡੇ ਕਰਮਚਾਰੀ ਨੇ, ਉਹਨਾਂ ਦੇ ਉੱਪਰ ਨੇ ਅਧਿਕਾਰੀ, ਉਹ ਕਿੱਦਾਂ ਕੰਮ ਕਰ ਰਹੇ ਨੇ। ਤਾਂ ਉੱਚ ਅਧਿਕਾਰੀ ਉਹਨਾਂ ਨੂੰ ਕਦੇ ਨਾ ਕਦੇ ਕੋਈ ਸਲਾਹ ਦੇ ਦਿੰਦੇ ਆ, ਕਦੇ ਹਿਦਾਇਤ ਦੇ ਦਿੰਦੇ ਆ ਵੀ ਇੱਦਾਂ ਨਹੀਂ, ਇੱਦਾਂ ਹੀ ਕੰਮ ਕਰਨਾ। ਤਾਂ ਇਹ ਜਿਹੜੀ ਹੁੰਦੀ ਹੈ ਗੈਰ ਰਸਮੀ ਸਿਖਲਾਈ ਹੁੰਦੀ ਹੈ। ਤਾਂ ਕਰਮਚਾਰੀਆਂ ਦੀ ਅਸਲੀ ਸਿੱਖਿਆ ਉਸ ਸਮੇਂ ਹੁੰਦੀ ਹੈ ਜਦੋਂ ਫਾਈਲਾਂ, ਕਾਗਜ਼ਾਤ ਵਿਅਕਤੀਗਤ ਰੂਪ ਦੇ ਵਿੱਚ ਸੰਪਰਕ ਸਥਾਪਿਤ ਕਰਦੇ ਨੇ, ਠੀਕ ਹੈ। ਸੋ ਇਹ ਹੁੰਦੀ ਹੈ ਗੈਰ ਰਸਮੀ ਸਿਖਲਾਈ। ਤਾਂ ਇਸ ਦੇ ਵਿੱਚ ਜਿਹੜਾ ਹੁੰਦਾ ਗੈਰ ਰਸਮੀ ਦੇ ਵਿੱਚ ਉਹ ਆਪਣਾ ਜਿਹੜਾ ਹੈ ਅਨੁਭਵ, ਆਪਣਾ ਜਿਹੜਾ ਸੈਲਫ ਉਸਨੂੰ ਐਕਸਪੀਰੀਅੰਸ ਹੋਇਆ ਤਾਂ ਉਸ ਦੇ ਨਾਲ ਉਹ ਕਰਕੇ ਸਿੱਖਦਾ, ਤਾਂ ਉਸਨੂੰ ਲਾਭ ਜਿਹੜਾ ਹੈ ਬਹੁਤ ਜ਼ਿਆਦਾ ਮਿਲਦਾ ਹੈ ਅਤੇ ਪੋਜ਼ੀਟਿਵ ਉਸਨੂੰ ਰਿਸਪੌਂਸ ਆਉਂਦਾ ਹੈ। ਪਰ ਇਹ ਪ੍ਰਭਾਵ ਚਾਹੇ ਚੰਗਾ ਹੋਵੇ ਮਾੜਾ ਹੋਵੇ, ਪਰ ਡੂੰਘਾ ਹੁੰਦਾ ਹੈ, ਕਿਉਂਕਿ ਇਸ ਦੇ ਨਾਲ ਤਰੁੱਟੀਆਂ ਜਿਹੜੀਆਂ ਨੇ ਉਹ ਦੂਰ ਕਰ ਸਕਦਾ ਹੈ। ਤਾਂ ਆਪਾਂ ਨੇ ਕੀਤੀ ਫਾਰਮਲ ਅਤੇ ਇਨਫਾਰਮਲ ਟ੍ਰੇਨਿੰਗ। ਹੋਰ ਕਿੰਨੇ ਤਰ੍ਹਾਂ ਦੀ ਜਿਹੜੀ ਹੈਗੀ ਹੈ ਟ੍ਰੇਨਿੰਗ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਵਿਭਾਗੀ ਅਤੇ ਕੇਂਦਰੀ ਸਿਖਲਾਈ। ਨਵੇਂ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੀਨੀਅਰ ਅਧਿਕਾਰੀ ਜਿਹੜੇ ਨੇ ਜਦੋਂ ਟ੍ਰੇਨਿੰਗ ਦਿੰਦੇ ਨੇ ਉਸਨੂੰ ਵਿਭਾਗੀ ਸਿਖਲਾਈ ਕਹਿੰਦੇ ਨੇ। ਡਿਪਾਰਟਮੈਂਟ ਵਾਲੇ ਜਦੋਂ ਉਹਨਾਂ ਨੂੰ ਸਿਖਲਾਈ ਦਿੰਦੇ ਨੇ, ਫਾਈਨ। ਉਸ ਤੋਂ ਬਾਅਦ 'ਚ ਸ਼ਾਰਟ ਟਰਮ ਐਂਡ ਲੌਂਗ ਟਰਮ ਟ੍ਰੇਨਿੰਗ। ਦੋਵਾਂ ਦੇ ਵਿੱਚ ਕੇਵਲ ਅੰਤਰ ਮਿਆਦ ਦਾ ਟਾਈਮ। ਸ਼ਾਰਟ ਟਰਮ ਹੁੰਦਾ ਥੋੜ੍ਹੇ ਟਾਈਮ ਦੇ ਲਈ, ਠੀਕ ਹੈ, ਸਿਖਲਾਈ ਕੁਝ ਹਫ਼ਤੇ ਲਈ ਜਾਂ ਕੁਝ ਮਹੀਨੇ ਲਈ। ਲੌਂਗ ਟਰਮ ਟ੍ਰੇਨਿੰਗ ਹੁੰਦੀ ਹੈ ਇੱਕ ਲੰਬੇ ਸਮੇਂ ਲਈ, ਯਾਨੀ ਕਿ ਸਾਲ ਲਈ, 2 ਸਾਲ ਲਈ, 5 ਸਾਲ ਲਈ, ਠੀਕ ਹੈ। ਸੋ ਇੱਦਾਂ IAS ਦੇ 1 ਸਾਲ ਲਈ ਜਿਹੜੀ ਹੈਗੀ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ, ਤਾਂ ਇਹ ਜਿਹੜੀ ਹੈਗੀ ਹੈ ਲੌਂਗ ਟਰਮ ਟ੍ਰੇਨਿੰਗ ਹੁੰਦੀ ਹੈ। ਹੁਨਰ ਵਾਲੀ ਸਿਖਲਾਈ, ਪਿਛੋਕੜ ਸਿਖਲਾਈ। ਤਾਂ ਇੱਕ ਸਕਿੱਲ ਹੁੰਦੀ ਹੈ ਸਕਿੱਲ ਐਂਡ ਬੈਕਗਰਾਊਂਡ ਟ੍ਰੇਨਿੰਗ। ਜਦੋਂ ਕਰਮਚਾਰੀਆਂ ਨੂੰ ਕਿਸੇ ਖਾਸ ਕਲਾ ਵਿੱਚ ਨਿਪੁੰਨ ਕਰਨ ਲਈ ਸਿਖਲਾਈ ਦਿੱਤੀ ਜਾਵੇ। ਹੁਨਰ ਵਾਲੀ ਸਿਖਲਾਈ ਇਸ ਨੂੰ ਕਿਹਾ ਜਾਂਦਾ ਹੈ। ਪੁਲਿਸ ਕਰਮਚਾਰੀਆਂ ਨੂੰ ਅਪਰਾਧਾਂ ਨੂੰ ਰੋਕਣ ਲਈ, ਅਪਰਾਧੀਆਂ ਨੂੰ ਫੜਨ ਲਈ ਜਿਹੜੀ ਹੈ ਜਦੋਂ ਸਿਖਲਾਈ ਕਿਸੇ ਆਮ ਵਿਸ਼ੇ ਅਤੇ ਸਮੱਗਰੀ ਦੇ ਸੰਬੰਧ ਵਿੱਚ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਜਿਹੜਾ ਹੈਗਾ ਤਾਂ ਕਿ ਉਹ ਚੰਗੀ ਤਰ੍ਹਾਂ ਸਮੱਸਿਆਵਾਂ ਸਮਝ ਸਕਣ, ਇਸ ਨੂੰ ਪਿਛੋਕੜ ਸਿਖਲਾਈ ਕਹਿੰਦੇ ਨੇ। ਅਜਿਹੀ ਸਥਿਤੀ ਦੇ ਵਿੱਚ ਕਰਮਚਾਰੀਆਂ ਨੂੰ ਉਦਾਰ ਸਿੱਖਿਆ ਤੇ ਆਧਾਰਿਤ ਆਮ ਵਿਸ਼ਿਆਂ ਵਿੱਚ ਸਿਖਲਾਈ ਜਿਹੜੀ ਹੈ ਦਿੱਤੀ ਜਾਂਦੀ ਹੈ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਿਖਲਾਈਆਂ ਜਿਹੜੀਆਂ ਨੇ 2 ਪ੍ਰਕਾਰ ਦੀਆਂ ਹੁੰਦੀਆਂ ਨੇ, ਰਸਮੀ, ਗੈਰ ਰਸਮੀ। ਅਤੇ ਇਹ ਨਿਪੁੰਨਤਾ, ਬੁੱਧੀ ਦਾ ਸੁਧਾਰ ਕਰਦੀਆਂ ਨੇ, ਨਿਪੁੰਨਤਾ ਵਧਾਉਂਦੀਆਂ ਨੇ, ਵਾਧੇ ਦੀ ਸ਼ਕਤੀ ਜਿਹੜੀ ਹੈ ਪੈਦਾ ਕਰਦੀਆਂ। ਤਾਂ ਭਾਰਤ ਦੇ ਵਿੱਚ ਜਿਹੜੀ ਸਿੱਖਿਆ ਪ੍ਰਣਾਲੀ ਹੈਗੀ ਹੈ, ਇਸ ਦਾ ਵਿਸਥਾਰਪੂਰਵਕ ਵਰਣਨ ਕਰੋ। ਟ੍ਰੇਨਿੰਗ ਫॉर ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼, IAS ਦੀ ਜਿਹੜੀ ਹੈਗੀ ਹੈ ਸਿਖਲਾਈ। ਭਾਰਤੀ ਪ੍ਰਸ਼ਾਸਕੀ ਸੇਵਾਵਾਂ ਦੇ ਪਰਖ ਤਹਿਤ ਅਧਿਕਾਰੀਆਂ ਦੀ ਸਿਖਲਾਈ ਲਈ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਅਕਾਦਮੀ ਵਿੱਚ ਪਰਖ ਅਧੀਨ ਅਧਿਕਾਰੀਆਂ ਨੂੰ 1 ਸਾਲ ਦੀ ਜਿਹੜੀ ਹੈ ਸਿਖਲਾਈ ਦਿੱਤੀ ਜਾਂਦੀ ਹੈ। IAS ਜਿਹੜੇ ਅਫਸਰ ਬਣਨੇ ਹੁੰਦੇ ਨੇ। ਇਸ ਸਿਖਲਾਈ ਦਾ ਮੁੱਖ ਉਦੇਸ਼ ਕੀ ਹੁੰਦਾ? ਕਰਮਚਾਰੀਆਂ ਦੇ ਵਿੱਚ ਲੋਕ ਸੇਵਾ ਪ੍ਰਤੀ ਸ਼ਰਧਾ ਪੈਦਾ ਕਰਨੀ, ਆਤਮ ਨਿਸ਼ਠਾ ਪੈਦਾ ਕਰਨੀ। ਇਸ ਸਿਖਲਾਈ ਕੋਰਸ ਵਿੱਚ ਭਾਰਤੀ ਸੰਵਿਧਾਨ, 5 ਸਾਲਾ ਯੋਜਨਾਵਾਂ, ਦੇਸ਼ ਦੀ ਦੰਡ ਵਿਧੀ, ਭਾਰਤੀ ਇਤਿਹਾਸ, ਹੋਰ ਸਮਾਜ ਸ਼ਾਸਤਰ, ਲੋਕ ਪ੍ਰਸ਼ਾਸਨ, ਸਰਕਾਰੀ ਸੇਵਾਵਾਂ ਦਾ ਗਠਨ, ਹਿੰਦੀ, ਪ੍ਰਦੇਸ਼ਕ ਭਾਸ਼ਾਵਾਂ ਆਦਿ ਵਿਸ਼ੇ ਸ਼ਾਮਿਲ ਕੀਤੇ ਜਾਂਦੇ ਨੇ। ਉਹਨਾਂ ਨੂੰ ਘੁੜਸਵਾਰੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਰਾਈਫਲ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਮੋਟਰ ਚਲਾਉਣ ਦੀ, ਠੀਕ ਹੈ, ਕਾਰਜ਼ ਵਗੈਰਾ ਚਲਾਉਣ ਦੀ ਜਿਹੜੀ ਹੈਗੀ ਹੈ ਸਿਖਲਾਈ ਦਿੱਤੀ ਜਾਂਦੀ ਹੈ, ਜੀਪ ਚਲਾਉਣ ਦੀ ਜਿਹੜੀ ਹੈਗੀ ਹੈ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਕਿ ਉਹ ਜਿਹੜਾ ਹੈਗਾ ਆਪਣੀ ਕੋਈ ਵੀ ਅਗਰ ਪ੍ਰੋਬਲਮ ਆਉਂਦੀ ਹੈ ਤਾਂ ਉਸ ਨੂੰ ਖੁਦ ਹੀ ਹੈਂਡਲ ਕਰ ਲੈਣ। ਪ੍ਰਸ਼ਾਸਨਿਕ ਸੁਧਾਰ ਕਮਿਸ਼ਨ ਨੇ ਘੋੜਸਵਾਰੀ ਦੀ ਜਗ੍ਹਾ 'ਤੇ ਜੀਪ ਲਗਾ ਦਿੱਤੀ ਹੈ। ਇਸੇ ਸਾਲ ਜਿਹੜਾ ਹੈ ਇਸ ਸਾਲ ਦੇ ਸਮੇਂ ਦੇ ਅਧੀਨ ਹੀ ਪ੍ਰੀਖਿਆਰਥੀਆਂ ਨੂੰ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਸਥਿਤ ਮਹੱਤਵਪੂਰਨ ਉਦਯੋਗਿਕ ਨਦੀ ਕਾਟੀ ਯੋਜਨਾਵਾਂ ਨੂੰ ਦੇਖਣ ਲਈ ਭੇਜਿਆ ਜਾਂਦਾ ਹੈ, ਤਾਂ ਕਿ ਉਹ ਖੁਦ ਪ੍ਰੋਬਲਮਸ ਨੂੰ ਦੇਖਣ, ਉਹਦਾ ਗਿਆਨ ਪ੍ਰਾਪਤ ਕਰਨ ਕਿ ਭਾਰਤ ਦੇ ਅੰਦਰ ਕਿਹੜੀਆਂ ਪ੍ਰੋਬਲਮਸ ਹੈਗੀਆਂ ਨੇ।
ਤਾਂ ਉਹਨਾਂ ਨੂੰ ਇੱਕ ਪ੍ਰੀਖਿਆ ਜਿਹੜੀ ਹੈ ਪਾਸ ਕਰਨੀ ਪੈਂਦੀ ਹੈ ਕਿ ਜਿਸ ਦੀ ਵਿਵਸਥਾ ਸੰਘੀ ਲੋਕ ਸੇਵਾ ਕਮਿਸ਼ਨ ਦੇ ਵੱਲੋਂ ਕੀਤੀ ਜਾਂਦੀ ਹੈ, ਕਿਉਂਕਿ ਇਸ ਪ੍ਰੀਖਿਆ ਵਿੱਚ ਪਾਸ ਹੋਣ ਤੋਂ ਬਾਅਦ ਉਹਨਾਂ ਨੂੰ ਪ੍ਰਕਿਰਿਆ ਕਰ ਦਿੱਤਾ ਜਾਂਦਾ ਹੈ, ਕਿਉਂਕਿ 1 ਸਾਲ ਦੀ ਸਿਖਲਾਈ ਡਿਪਟੀ ਕਮਿਸ਼ਨਰ ਜਾਂ ਕਿਸੇ ਹੋਰ ਉੱਚ ਅਹੁਦੇ ਲਈ ਕਾਫੀ ਨਹੀਂ ਹੁੰਦੀ। ਸੋ ਇਸ ਕਰਕੇ 1 ਸਾਲ ਦੀ ਸਿਖਲਾਈ ਤੋਂ ਬਾਅਦ ਉਹਨਾਂ ਨੂੰ ਕਿਸੇ ਨਾ ਕਿਸੇ ਰਾਜ ਵਿੱਚ ਭੇਜ ਦਿੱਤਾ ਜਾਂਦਾ ਹੈ। ਉੱਥੇ ਉਹ 5 ਜਾਂ 6 ਸਾਲ ਤੱਕ ਸੀਨੀਅਰ ਜ਼ਿਲ੍ਹਾ ਅਧਿਕਾਰੀਆਂ ਦੇ ਅਧੀਨ ਕੰਮ ਕਰਦੇ ਨੇ, ਵਿਹਾਰਕ ਟ੍ਰੇਨਿੰਗ ਜਿਹੜੀ ਹੈ ਪ੍ਰੈਕਟੀਕਲ ਨੌਲੇਜ ਪ੍ਰਾਪਤ ਕਰਦੇ ਨੇ, ਅਤੇ ਉਸ ਤੋਂ ਬਾਅਦ 'ਚ ਉਹਨਾਂ ਨੂੰ ਅਪਰ ਮੈਜਿਸਟ੍ਰੇਟ, ਸਹਾਇਕ ਕਮਿਸ਼ਨਰ ਆਦਿ ਕਈ ਅਹੁਦਿਆਂ 'ਤੇ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ 'ਚ ਸੀਨੀਅਰ ਜ਼ਿਲ੍ਹਾ ਅਧਿਕਾਰੀਆਂ ਦੀ ਅਗਵਾਈ ਹੇਠ ਅਨੁਭਵ ਉਹ ਪ੍ਰਾਪਤ ਕਰਦੇ ਨੇ। ਫਿਰ ਉਸ ਤੋਂ ਬਾਅਦ 'ਚ ਉਹਨਾਂ ਨੂੰ ਟਰਾਂਸਫਰ ਕਰ ਦਿੱਤਾ ਜਾਂਦਾ ਹੈ। ਉੱਥੇ ਵੀ ਉਹਨਾਂ ਨੂੰ ਜਿਹੜੀ ਹੈ ਸਿਖਲਾਈ ਦਿੱਤੀ ਜਾਂਦੀ ਹੈ 18 ਮਹੀਨੇ ਦੀ। ਸੈਕਟਰੀ ਜਿਹੜਾ ਹੈ, ਸੈਕਟਰੀ ਦੇ ਅਹੁਦੇ 'ਤੇ ਉਹ ਕੰਮ ਕਰਦੇ ਨੇ। ਫਿਰ ਉਸ ਤੋਂ ਬਾਅਦ 'ਚ ਭਾਰਤੀ ਪ੍ਰਸ਼ਾਸਕੀ ਸੇਵਾਵਾਂ ਦੇ ਅਧਿਕਾਰ ਜ਼ਿਲ੍ਹਾ ਜਾਂ ਕਿਸੇ ਵੀ ਸਰਕਾਰੀ ਵਿਭਾਗ ਵਿੱਚ ਕੋਈ ਵੀ ਜ਼ਿੰਮੇਵਾਰੀ ਦੇ ਸੰਭਾਲਣ ਦੇ ਉਹ ਯੋਗ ਹੋ ਜਾਂਦੇ ਨੇ। ਤਾਂ 5-6 ਸਾਲ ਦੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ, ਤਾਂ ਉਸ ਤੋਂ ਬਾਅਦ 'ਚ ਉਹ ਆਜ਼ਾਦ ਰੂਪ ਦੇ ਨਾਲ ਕਲੈਕਟਰ, ਡਿਪਟੀ ਕਲੈਕਟਰ ਦੇ ਅਹੁਦੇ 'ਤੇ ਨਿਯੁਕਤ ਕਰ ਦਿੰਦੇ ਆ। ਦੇਖੋ ਕਿੰਨਾ ਸਾਰਾ IAS ਬਣਨਾ ਵੀ ਸੌਖਾ ਨਹੀਂ ਹੈ, ਕਿੰਨੀਆਂ ਟ੍ਰੇਨਿੰਗਸ ਉਹਨਾਂ ਨੂੰ ਲੈਣੀਆਂ ਪੈਂਦੀਆਂ। ਤਾਂ ਭਾਰਤੀ ਪ੍ਰਸ਼ਾਸਕ ਸੇਵਾਵਾਂ ਦੇ ਲਈ ਜੋ ਅਧਿਕਾਰੀ ਰਾਜਾਂ 'ਚ ਕੰਮ ਕਰਦੇ ਨੇ, ਉਹਨਾਂ ਨੂੰ ਕੇਂਦਰ ਦਾ ਅਨੁਭਵ, ਮਤਲਬ ਕੇਂਦਰ ਦਾ ਐਕਸਪੀਰੀਅੰਸ ਪ੍ਰਦਾਨ ਕਰਨ ਲਈ ਵੀ 3 ਜਾਂ 4 ਕਿਸੇ ਰਾਜ ਦੇ ਵਿੱਚ ਪਹਿਲਾਂ ਉਹ ਕੰਮ ਕਰਦੇ ਨੇ, ਫਿਰ ਕੇਂਦਰੀ ਸਰਕਾਰ ਦੇ ਅਧੀਨ ਜਿਹੜੇ ਨੇ ਉਹ ਜਾਂਦੇ ਨੇ। ਤਾਂ 6 ਤੋਂ ਲੈ ਕੇ 10 ਸਾਲ ਤੱਕ ਜਿਹੜੇ ਨੇ ਉਹ ਭਾਰਤੀ 6 ਤੋਂ 10 ਸਾਲ ਤੱਕ ਕਾਰਜ ਕਰਨ ਤੋਂ ਬਾਅਦ ਉਹ ਭਾਰਤੀ ਪ੍ਰਸ਼ਾਸਕੀ ਸੇਵਾਵਾਂ ਦੇ ਅਧਿਕਾਰੀਆਂ ਨੂੰ ਰਿਫਰੈਸ਼ਰ ਕੋਰਸ ਦੇ ਲਈ ਰਾਸ਼ਟਰੀ ਅਕਾਦਮੀ 'ਚ ਫੇਰ ਭੇਜਿਆ ਜਾਂਦਾ ਹੈ। ਤਾਂ ਭਾਰਤੀ ਵਿਦੇਸ਼ ਸੇਵਾਵਾਂ ਵਿੱਚ ਸਿਖਲਾਈ, ਤਾਂ ਟ੍ਰੇਨਿੰਗ ਫॉर ਇੰਡੀਅਨ ਫੋਰਨ ਸਰਵਿਸਿਜ਼। ਭਾਰਤੀ ਵਿਦੇਸ਼ ਸੇਵਾਵਾਂ ਦੇ ਅਧਿਕਾਰੀਆਂ ਨੂੰ ਭਾਰਤੀ ਪ੍ਰਸ਼ਾਸਕੀ ਸੇਵਾਵਾਂ ਦੇ ਅਧਿਕਾਰੀਆਂ ਦੇ ਵਾਂਗ ਸਿਖਲਾਈ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਵਿੱਚ ਹੀ ਦਿੱਤੀ ਜਾਂਦੀ ਹੈ। ਇਹ 3 ਸਾਲ ਦੀ ਸਿਖਲਾਈ ਹੁੰਦੀ ਹੈ, ਅਤੇ ਫਿਰ ਉਹਨਾਂ ਨੂੰ ਜਿਹੜਾ ਹੈ ਹਿੰਦੀ ਅਤੇ ਇੱਕ ਵਿਦੇਸ਼ੀ ਭਾਸ਼ਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਹਨਾਂ ਵਿਸ਼ਿਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਇੱਕ ਭਾਸ਼ਾ ਦਾ ਘੱਟੋ ਘੱਟ ਵਿਦੇਸ਼ੀ ਉਹਨਾਂ ਨੂੰ ਆਵੇ। ਇਸ ਤੋਂ ਇਲਾਵਾ ਜਿਵੇਂ ਅੰਤਰਰਾਸ਼ਟਰੀ ਸੰਬੰਧ, ਅੰਤਰਰਾਸ਼ਟਰੀ ਕਾਨੂੰਨ, ਅੰਤਰਰਾਸ਼ਟਰੀ ਰਾਜਨੀਤੀ, ਇਤਿਹਾਸ, ਭੂਗੋਲ ਆਦਿ ਦਾ ਜਿਹੜਾ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਭਾਰਤੀ ਪੁਲਿਸ ਸੇਵਾ, ਤਾਂ ਭਾਰਤੀ ਪੁਲਿਸ ਸੇਵਾ ਸਤੰਬਰ 1948 ਦੇ ਵਿੱਚ ਮਾਊਂਟ ਐਬੂ ਨਾਮ ਦੇ ਥਾਂ ਦੇ ਉੱਤੇ ਕੇਂਦਰੀ ਪੁਲਿਸ ਟ੍ਰੇਨਿੰਗ ਕਾਲਜ ਦੀ ਸਥਾਪਨਾ ਕੀਤੀ ਗਈ ਸੀ, ਅਤੇ ਭਾਰਤੀ ਪੁਲਿਸ ਸੇਵਾ ਦੀ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ 1 ਵਰ੍ਹੇ ਦੇ ਲਈ ਦੰਡ ਵਿਧੀ, ਦੰਡ ਪ੍ਰਕਿਰਿਆ, ਭਾਰਤੀ ਪ੍ਰਸ਼ਾਸਨ, ਅਪਰਾਧ ਮਨੋਵਿਗਿਆਨ, ਭਾਰਤੀ ਇਤਿਹਾਸ, ਖੇਤਰੀ ਭਾਸ਼ਾਵਾਂ ਦਾ ਜਿਹੜੀ ਹੈ ਸਿੱਖਿਆ ਦਿੱਤੀ ਜਾਂਦੀ ਹੈ, ਪਰ ਜ਼ਿਆਦਾ ਧਿਆਨ ਸਰੀਰਕ ਸਿਖਲਾਈ, ਹਥਿਆਰ ਚਲਾਉਣ ਵੱਲ ਦਿੱਤਾ ਜਾਂਦਾ ਹੈ। ਤਾਂ ਕਦੇ ਕਦੇ ਸੈਨਿਕ ਇਕਾਈਆਂ ਵਿੱਚ ਵੀ ਇਹਨਾਂ ਨੂੰ ਭੇਜਿਆ ਜਾਂਦਾ ਹੈ। ਤਾਂ 1 ਸਾਲ ਦੀ ਸਿਖਲਾਈ ਤੋਂ ਬਾਅਦ ਸੰਘੀ ਲੋਕ ਕਮਿਸ਼ਨ ਦੁਆਰਾ ਇਹਨਾਂ ਨੂੰ ਇੱਕ ਟੈਸਟ ਜਿਹੜਾ ਹੈ ਪਾਸ ਕਰਨਾ ਪੈਂਦਾ। ਜਿਹੜੇ ਪਾਸ ਹੁੰਦੇ ਨੇ ਉਹਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਟ੍ਰੇਨਿੰਗ ਲਈ ਭੇਜਿਆ ਜਾਂਦਾ, ਕਦੇ-ਕਦੇ ਸੈਨਿਕ ਇਕਾਈਆਂ ਵਿੱਚ ਵੀ ਭੇਜਿਆ ਜਾਂਦਾ। 1 ਸਾਲ ਦੀ ਸਿਖਲਾਈ ਤੋਂ ਬਾਅਦ, ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਸੰਘੀ ਲੋਕ ਸੇਵਾ ਕਮਿਸ਼ਨ ਦੁਆਰਾ ਸੰਚਾਲਿਤ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ। ਫਿਰ ਉਹਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭੇਜਿਆ ਜਾਂਦਾ। ਉੱਥੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਉਹ ਕੰਮ ਕਰਦੇ ਨੇ ਅਤੇ ਵਿਹਾਰਕ ਪ੍ਰੈਕਟੀਕਲ ਅਨੁਭਵ ਜਿਹੜਾ ਹੈ ਪ੍ਰਾਪਤ ਕਰਦੇ ਨੇ। ਫਿਰ ਉਸ ਤੋਂ ਬਾਅਦ ਜਿਹੜਾ ਹੈ ਸੁਪਰਡੈਂਟ ਦੇ ਅਹੁਦੇ 'ਤੇ ਨਿਯੁਕਤ ਹੋ ਜਾਂਦੇ ਨੇ। 5-4 ਸਾਲ ਬਾਅਦ ਜਿਹੜਾ ਹੈ ਸੇਵਾ ਕਰਨ ਤੋਂ ਬਾਅਦ ਉਹਨਾਂ ਨੂੰ ਪੁਲਿਸ ਸੁਪਰਡੈਂਡੈਂਟ ਬਣਾ ਦਿੱਤਾ ਜਾਂਦਾ, ਜਾਂ ਫਿਰ ਸੀਨੀਅਰ ਪੁਲਿਸ ਸੁਪਰਡੈਂਟ ਦੇ ਅਹੁਦੇ 'ਤੇ ਨਿਯੁਕਤ ਕਰ ਦਿੱਤਾ ਜਾਂਦਾ। ਸੋ ਰੇਲਵੇ ਸੇਵਾਵਾਂ ਦੀ ਸਿਖਲਾਈ ਜਿਹੜੀ ਹੈਗੀ ਹੈ ਕਿੱਦਾਂ ਦਿੱਤੀ ਜਾਂਦੀ ਹੈ। ਸੋ ਰੇਲਵੇ ਬੋਰਡ ਆਫ ਬੜੌਦਾ ਦੇ ਵਿੱਚ ਜਿਹੜੀ ਹੈ ਆਵਾਜਾਈ ਅਤੇ ਪਾਰਸਲ ਅਤੇ ਰੇਲਵੇ ਲੇਖਾ ਦੇ ਕਰਮਚਾਰੀਆਂ ਦੇ ਲਈ ਇੱਕ ਸਟਾਫ ਕਾਲਜ ਨਿਯੁਕਤ ਕੀਤਾ ਗਿਆ, ਜਿਸ ਦੇ ਵਿੱਚ 2 ਸਾਲ ਦੇ ਲਈ ਸਿੱਖਿਆ ਜਿਹੜੀ ਹੈ ਦਿੱਤੀ ਜਾਂਦੀ ਹੈ। ਤਾਂ ਆਡਿਟ ਐਂਡ ਅਕਾਊਂਟਸ ਸਰਵਿਸਿਜ਼ ਦੇ ਵਿੱਚ ਜਿਹੜਾ ਹੈਗਾ ਸ਼ਿਮਲੇ ਦੇ ਵਿੱਚ 1 ਸਾਲ ਦੀ ਸਿਖਲਾਈ ਦਿੱਤੀ ਜਾਂਦੀ ਹੈ, ਅਤੇ ਇਹਦੇ ਵਿੱਚ ਲੇਖਾ ਪੜਤਾਲ, ਲੇਖਾ ਸਜ਼ਾ, ਇਹ ਸਾਰੀਆਂ ਚੀਜ਼ਾਂ ਦਾ ਗਿਆਨ ਜਿਹੜਾ ਹੈ ਦਿੱਤਾ ਜਾਂਦਾ। ਭਾਰਤੀ ਸੰਵਿਧਾਨ ਦਾ ਗਿਆਨ ਦਿੱਤਾ ਜਾਂਦਾ, ਲੇਖਾ ਕੋਡ ਦਾ, ਸੰਸਦੀ ਵਿੱਤ ਕੰਟਰੋਲ ਦਾ, ਪ੍ਰਦੇਸ਼ਕ ਭਾਸ਼ਾਵਾਂ ਦਾ, ਵਪਾਰਕ ਬਹੀ ਖਾਤੇ ਦਾ ਕੰਟਰੋਲ ਦਿੱਤਾ ਜਾਂਦਾ, ਤੇ ਇਦਾਂ ਜਿਹੜਾ ਹੈਗਾ ਇਹ ਅਹੁਦੇ ਨਿਯੁਕਤ ਕਰ ਦਿੱਤੇ ਜਾਂਦੇ ਨੇ। ਸੋ ਟ੍ਰੇਨਿੰਗ ਫॉर ਇਨਕਮ ਟੈਕਸ ਸਰਵਿਸਿਜ਼, ਤੋਂ ਟ੍ਰੇਨਿੰਗ ਜਿਹੜਾ ਹੈ ਇੱਥੇ ਨਾਗਪੁਰ ਦੇ ਟ੍ਰੇਨਿੰਗ ਸਕੂਲ ਦੇ ਵਿੱਚ 18 ਮਹੀਨਿਆਂ ਲਈ ਜਿਹੜੀ ਹੈਗੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਤੋਂ ਸੈਂਟਰਲ ਸੈਕਟਰੀਏਟ ਸਰਵਿਸਿਜ਼ ਦੀ ਜਿਹੜੀ ਹੈਗੀ ਹੈ ਟ੍ਰੇਨਿੰਗ, ਇਹ 3ਜੀ ਸ਼੍ਰੇਣੀ ਦੇ ਕਰਮਚਾਰੀ ਲੈਂਦੇ ਨੇ। ਇਸ ਸਕੂਲ ਦੀ ਸਥਾਪਨਾ ਜਿਹੜੀ ਹੈ 1948 ਦੇ ਵਿੱਚ ਨਵੀਂ ਦਿੱਲੀ 'ਚ ਕੀਤੀ ਗਈ ਸੀ। ਉੱਥੇ ਟ੍ਰੇਨਿੰਗ ਹੁੰਦੀ ਹੈਗੀ ਹੈ। ਸਿੱਖਿਆਰਥੀਆਂ ਨੂੰ ਸੰਗਠਨ ਅਤੇ ਵਿੱਤੀ ਨਿਯਮਾਂ, ਦਫ਼ਤਰੀ ਕਾਰਜ ਵਿਧੀਆਂ ਅਤੇ ਕਾਨੂੰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਟੈਸਟ ਪਾਸ ਕਰਨਾ ਪੈਂਦਾ, ਅਤੇ ਕੁਝ ਦੇਰ ਬਾਅਦ ਜਿਹੜਾ ਹੈਗਾ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਸੈਕਸ਼ਨ ਅਧਿਕਾਰੀ ਜਿਹੜਾ ਹੈ ਬਣ ਜਾਂਦੇ ਨੇ। ਤਾਂ ਇੱਦਾਂ ਜਿਹੜਾ ਹੈਗਾ ਬਹੁਤ ਹੀ ਸਾਰੇ ਜਿਹੜੇ ਹੈਗੇ ਨੇ ਇੱਥੇ ਤੁਹਾਡੇ ਕਰ ਸਕਦੇ ਹੋ ਤੁਸੀਂ ਵੀ, ਕਿੱਥੇ ਕਿੱਥੇ ਟ੍ਰੇਨਿੰਗ ਜਿਹੜੀ ਹੈਗੀ ਹੈ ਉਹ ਕੀਤੀ ਜਾ ਸਕਦੀ ਹੈ। ਉਸ ਤੋਂ ਬਾਅਦ 'ਚ ਆਪਾਂ ਕੁਐਸਚਨ ਕਰਾਂਗੇ ਕਿ ਭਾਰਤ ਵਿੱਚ ਸਿਖਲਾਈ ਪ੍ਰਣਾਲੀ ਦੇ ਦੋਸ਼ ਕੀ ਨੇ। ਹੁਣ ਦੇਖੋ ਆਪਾਂ ਨੇ ਮੇਨ
ਟ੍ਰੇਨਿੰਗਸ ਕੀਤੀਆਂ ਤਾਂ ਇਹਨਾਂ ਦੇ ਸਾਰੀਆਂ ਦੇ ਦੋਸ਼ ਕੀ ਨੇ? ਸਿਖਲਾਈ ਦਾ ਸਮਾਂ ਕਾਫੀ ਨਹੀਂ ਹੈ। ਕਈ ਵਾਰ ਤਾਂ ਸਿਖਲਾਈ ਦਾ ਸਮਾਂ ਸਿਰਫ 1 ਸਾਲ ਹੁੰਦਾ ਹੈ, ਕਈ ਜਗ੍ਹਾ 'ਤੇ 4-5 ਸਾਲ ਵੀ ਹੁੰਦਾ ਹੈ, ਤਾਂ ਇਹ ਬਹੁਤ ਹੀ ਜ਼ਿਆਦਾ ਨਹੀਂ ਹੈ। ਇਸ ਕਰਕੇ ਜਿਹੜੀ ਹੈ ਕਈ ਜਗ੍ਹਾ 'ਤੇ ਸਿਰਫ ਕੇਵਲ ਰਸਮੀ ਤੌਰ 'ਤੇ ਹੀ ਸਿਖਲਾਈ ਦਿੱਤੀ ਜਾਂਦੀ ਹੈ। ਇਨਫੋਰਮਲ ਸਿਖਲਾਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਸਿਧਾਂਤਕ ਵਿਸ਼ਿਆਂ 'ਤੇ ਹੀ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈਗਾ, ਪ੍ਰੈਕਟੀਕਲ ਵਿਸ਼ਿਆਂ ਦੇ ਉੱਤੇ ਨੌਲੇਜ ਨਹੀਂ ਦਿੱਤੀ ਜਾਂਦੀ। ਤਾਂ ਵੱਖ-ਵੱਖ ਉਹਨਾਂ ਨੂੰ ਪ੍ਰੋਜੈਕਟ ਦੇਖਣ ਭੇਜਿਆ ਜਾਂਦਾ ਹੈਗਾ, ਤਾਂ ਇਸ ਦੇ 2-3 ਮਹੀਨੇ ਦਾ ਸਮਾਂ ਕਾਫੀ ਨਹੀਂ ਹੁੰਦਾ, ਕਿਉਂਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਉਹ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੱਢ ਪਾਉਣਗੇ। ਹੇਠਲੇ ਵਰਗ ਦੇ ਅਧਿਕਾਰੀਆਂ ਦੀ ਸਿਖਲਾਈ। ਕੇਂਦਰੀ ਅਤੇ ਰਾਜ ਪੱਧਰ ਤੇ ਸਿਰਫ ਉੱਚ ਵਰਗ ਦੇ ਕਰਮਚਾਰੀਆਂ ਦੀ ਸਿਖਲਾਈ ਦੀ ਵਿਵਸਥਾ ਕੀਤੀ ਹੈ, ਹੇਠਲੇ ਵਰਗ ਦੇ ਲਈ ਨਹੀਂ। ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿੱਦਾਂ ਜਿਹੜੀ ਹੈ ਪ੍ਰੋਬਲਮ ਸੌਰਟ ਕਰਨੀ ਹੈ। ਵਿਅਕਤੀਗਤ ਕਮਜ਼ੋਰੀਆਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਕਿਉਂਕਿ ਯੂਨੀਵਰਸਿਟੀਆਂ ਵਿੱਚ ਸਿਰਫ ਕੁਝ ਚੋਣਵੇਂ ਹੀ ਵਿਸ਼ਿਆਂ ਦਾ ਅਧਿਐਨ ਕਰਨ ਨੂੰ ਮਿਲਦਾ ਹੈਗਾ। ਗ੍ਰੈਜੂਏਟਾਂ ਨੂੰ ਭੌਤਿਕ ਵਿਗਿਆਨਾਂ ਦੇ ਬਾਰੇ, ਸਮਾਜਿਕ ਵਿਗਿਆਨਾਂ ਦੇ ਬਾਰੇ ਜਿਹੜਾ ਹੈਗਾ ਕੋਈ ਵੀ ਨੌਲੇਜ ਨਹੀਂ ਹੁੰਦੀ। ਹੁਣ ਫੋਰ ਐਗਜ਼ਾਮਪਲ ਫਿਜ਼ਿਕਸ ਵਾਲਿਆਂ ਨੂੰ ਜਿਹੜੀ ਹੈ ਸਮਾਜਿਕ ਵਿਗਿਆਨਾਂ ਦੀ ਨੌਲੇਜ ਨਹੀਂ ਹੁੰਦੀ, ਸਮਾਜਿਕ ਵਿਗਿਆਨਾਂ ਵਾਲੇ ਗ੍ਰੈਜੂਏਟਾਂ ਨੂੰ ਭੌਤਿਕ ਵਿਗਿਆਨਾਂ ਬਾਰੇ ਗਿਆਨ ਨਹੀਂ ਹੁੰਦਾ। ਸੋ ਇਸ ਕਰਕੇ ਜਿਹੜੀ ਹੈ ਪ੍ਰੋਬਲਮ ਬਹੁਤ ਹੀ ਜ਼ਿਆਦਾ ਹੋ ਜਾਂਦੀ ਹੈ। ਮਾਨਸਿਕ ਵਿਕਾਸ ਉਹਨਾਂ ਦਾ ਨਹੀਂ ਹੁੰਦਾ, ਕਿਉਂਕਿ ਉਹ ਸਿਰਫ ਟ੍ਰੇਨਿੰਗ 'ਚ ਰਹਿੰਦੇ ਨੇ। ਯੂਨੀਵਰਸਿਟੀ ਨੂੰ ਛੱਡਦੇ ਟਾਈਮ ਉਸ ਤੋਂ ਬਾਅਦ ਦੇ ਵਿੱਚ ਉਹ IAS ਦੀ ਤਿਆਰੀ ਕਰਦੇ ਨੇ। ਇਸ ਤੋਂ ਬਾਅਦ 'ਚ ਉਹਨਾਂ ਦਾ ਇੰਨਾ ਜ਼ਿਆਦਾ ਮੈਂਟਲ ਲੈਵਲ ਉੱਚਾ ਨਹੀਂ ਹੁੰਦਾ। ਲੋਕ ਪ੍ਰਸ਼ਾਸਨ ਦਾ ਮਹੱਤਵ ਬਹੁਤ ਜ਼ਿਆਦਾ ਘੱਟ ਹੈ। ਸੋ ਇੱਕ ਹੋਰ ਵੀ ਦੋਸ਼ ਹੈਗਾ ਕਿ ਇਹਨਾਂ ਦਾ ਲੋਕ ਪ੍ਰਸ਼ਾਸਨ ਦੇ ਸਿਧਾਂਤਾਂ ਨੂੰ ਮਹੱਤਵਪੂਰਨ ਸਿਧਾਂਤ ਜਿਹੜਾ ਨਹੀਂ ਦਿੱਤਾ ਜਾਂਦਾ। ਇਹਨਾਂ ਦੀ ਇੰਨਾ ਹੀ ਨਹੀਂ, ਭਰਤੀ ਦੇ ਮੁਕਾਬਲੇ ਦੇ ਵਿੱਚ ਪ੍ਰੀਖਿਆ ਦੇ ਕੋਰਸ ਵਿੱਚ ਲੋਕ ਪ੍ਰਸ਼ਾਸਨ ਨੂੰ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ। ਸੋ ਇਹ ਵੀ ਯੋਗਤਾ ਵਧਾਉਣ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਦਾ, ਉਹ ਆਪਣੀਆਂ ਯੋਗਤਾਵਾਂ ਵਿੱਚ ਵਾਧਾ ਨਹੀਂ ਕਰ ਸਕਦੇ। ਟ੍ਰੇਨਿੰਗ ਉਹਨਾਂ ਦੀ ਜਿਹੜੀ ਹੁੰਦੀ ਰਹਿੰਦੀ ਹੈ। ਸਿਲੇਬਸ ਠੀਕ ਨਹੀਂ ਹੈਗਾ। ਸਿਲੇਬਸ ਜਿਹੜਾ ਹੈਗਾ ਆਲ ਅਰਾਊਂਡ ਡਿਵੈਲਪਮੈਂਟ ਵਾਲਾ ਨਹੀਂ ਹੁੰਦਾ। ਇਹ ਵਿਅਕਤੀਆਂ ਦਾ, ਸਿੱਖਿਆਰਥੀਆਂ ਦਾ ਸਮਾਂ ਨਸ਼ਟ ਕਰਦਾ ਹੈ ਅਤੇ ਲੇਖਾ ਪੜਤਾਲ, ਲੇਖਾ ਸੇਵਾਵਾਂ ਦੇ ਕਰਮਚਾਰੀਆਂ ਲਈ ਭਾਰਤੀ ਦੰਡ ਵਿਧੀ ਦੀ ਸਿੱਖਿਆ ਉਪਯੋਗੀ ਤਾਂ ਹੈ, ਪਰ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੈ। ਰਿਫਰੈਸ਼ਰ ਸਿਖਲਾਈ ਦਾ ਪ੍ਰਬੰਧ ਬਿਲਕੁਲ ਵੀ ਨਹੀਂ ਹੈਗਾ। ਸੈਮੀਨਾਰਾਂ ਦਾ, ਵਾਦ ਵਿਵਾਦ ਦਾ, ਡਿਸਕਸ਼ਨ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਉੱਚ ਅਧਿਕਾਰੀਆਂ ਦੀ ਰੁਚੀ ਦੀ ਵੀ ਘਾਟ ਪਾਈ ਜਾਂਦੀ ਹੈਗੀ, ਕਿਉਂਕਿ ਉਹਨਾਂ ਦੀ ਅਗਵਾਈ ਚੰਗੀ ਤਰ੍ਹਾਂ ਅਤੇ ਉਤਸ਼ਾਹਪੂਰਨ ਨਹੀਂ ਹੁੰਦੀ, ਅਤੇ ਇੱਕ ਉਹ ਬੋਝ ਸਮਝਦੇ ਨੇ ਟ੍ਰੇਨਿੰਗ ਨੂੰ, ਹੌਸਲਾ ਅਫਜ਼ਾਈ ਉਹ ਨਹੀਂ ਕਰਦੇ। ਸੁਧਾਰ ਦੇ ਲਈ ਕੀ ਕਰਨਾ ਚਾਹੀਦਾ? ਸਿਧਾਂਤਕ ਸਿਖਲਾਈ ਦੀ ਬਜਾਏ, ਮਤਲਬ ਥਿਓਰੈਟੀਕਲ ਨੌਲੇਜ ਦੀ ਬਜਾਏ ਪ੍ਰੈਕਟੀਕਲ ਨੌਲੇਜ ਦੇਣੀ ਚਾਹੀਦੀ ਹੈ। ਖਾਸ ਰੁਚੀ ਲੈਣੀ ਚਾਹੀਦੀ ਹੈ ਜਿਹੜੇ ਵੀ ਅਧਿਕਾਰੀ ਟ੍ਰੇਨਿੰਗ ਦਿੰਦੇ ਨੇ, ਅਤੇ ਉਹ ਜਿਹੜੇ ਨੇ ਆਪਣਾ ਡੇ ਟੂ ਡੇ ਟਾਈਮ ਕੱਢ ਕੇ ਜਿਹੜਾ ਹੈ ਉਹਨਾਂ ਨੂੰ ਅਗਵਾਈ ਕਰਨੀ ਚਾਹੀਦੀ ਹੈ। ਭਾਰਤੀ ਲੋਕ ਸੇਵਾਵਾਂ ਦੇ ਵਿੱਚ ਪ੍ਰਵੇਸ਼ ਕਰਨ ਵਾਲੇ ਅਧਿਕਾਰੀਆਂ ਨੂੰ 3 ਸਾਲ ਦੀ ਸਿਖਲਾਈ ਦਾ ਕੋਰਸ ਹੋਣਾ ਚਾਹੀਦਾ ਹੈ, ਠੀਕ ਹੈ। ਸਰਕਾਰੀ ਕਰਮਚਾਰੀਆਂ ਨੂੰ ਦੇਸ਼ ਵਿਦੇਸ਼ ਵਿੱਚ ਜ਼ਿਆਦਾ ਯੋਗਤਾਵਾਂ ਪ੍ਰਾਪਤ ਕਰਨ ਲਈ ਜਿਹੜਾ ਹੈ ਭੇਜਣਾ ਚਾਹੀਦਾ, ਇਕੱਲੇ ਦੇਸ਼ ਵਿੱਚ ਹੀ ਨਹੀਂ, ਵਿਦੇਸ਼ ਵਿੱਚ ਵੀ। ਸਿਖਲਾਈ ਸਮਾਜਿਕ ਲੋੜਾਂ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ। ਰਾਸ਼ਟਰੀ ਵਿਕਾਸ, ਵਰਤਮਾਨ ਰਾਜਨੀਤਿਕ ਵਿਚਾਰਧਾਰਾ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ। ਸਿਲੇਬਸ ਦਾ ਨਿਰਮਾਣ ਇਸੇ ਤਰ੍ਹਾਂ ਜਿਹੜਾ ਹੈ ਹੋਣਾ ਚਾਹੀਦਾ ਹੈ। ਨਵਾਂ ਕਰਿਕੂਲਮ ਜਿਹੜਾ ਹੈ ਵਧੀਆ ਹੋਣਾ ਚਾਹੀਦਾ। ਪੁਰਾਣੇ ਕਰਮਚਾਰੀਆਂ ਦੇ ਦ੍ਰਿਸ਼ਟੀਕੋਣ ਦੇ ਵਿੱਚ ਨਵੀਨਤਾ ਲਿਆਉਣੀ ਚਾਹੀਦੀ ਹੈ। ਰਿਫਰੈਸ਼ਰ ਕੋਰਸ ਜਿਹੜੇ ਨੇ ਉਹ ਮੁਹੱਈਆ ਕਰਾਉਣੇ ਚਾਹੀਦੇ ਨੇ। ਸਰਕਾਰ ਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਨਿਪੁੰਨਤਾ ਜਿਹੜੀ ਹੈ ਉਹ ਆਵੇ ਕਰਮਚਾਰੀਆਂ ਦੇ ਵਿੱਚ। ਇਸ ਕਰਕੇ ਸਿਖਲਾਈ ਦਾ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ। ਸੋ ਗੁਰਮੁਖ ਨਿਹਾਲ ਸਿੰਘ ਦੇ ਅਨੁਸਾਰ ਉੱਚ ਵਰਗ ਦੇ ਅਧਿਕਾਰੀ ਜਿਨ੍ਹਾਂ ਦੀ ਭਰਤੀ ਪ੍ਰਤੱਖ ਰੂਪ 'ਚ ਹੁੰਦੀ ਹੈ, ਉਹਨਾਂ ਨੂੰ ਘੱਟੋ ਘੱਟ 1 ਸਾਲ ਤੱਕ ਜਿਹੜੀ ਹੈ ਮਿਕਸਡ ਟ੍ਰੇਨਿੰਗ ਜਿਹੜੀ ਹੈ ਦੇਣੀ ਚਾਹੀਦੀ ਹੈ। ਸੋ ਇੰਗਲੈਂਡ ਦੀ ਤਰ੍ਹਾਂ ਭਾਰਤ ਦੇ ਵਿੱਚ ਵੀ ਸਿਖਲਾਈ ਡਾਇਰੈਕਟੋਰੇਟਸ ਦੀ ਸਥਾਪਨਾ ਹੋਣੀ ਚਾਹੀਦੀ ਹੈ, ਤਾਂ ਕਿ ਸਿਖਲਾਈ ਦਾ ਪ੍ਰਬੰਧ ਵੱਖ-ਵੱਖ ਵਿਭਾਗਾਂ 'ਚ ਹੋ ਸਕੇ ਅਤੇ ਨਿਰੀਖਣ ਵੀ ਹੋ ਸਕੇ। ਸਿੱਖਿਆਰਥੀਆਂ ਲਈ ਸਿਲੇਬਸ ਦੇ ਵਿੱਚ ਬਦਲਾਵ ਕਰਨਾ ਚਾਹੀਦਾ ਹੈ, ਤਾਂ ਕਿ ਦੇਸ਼ ਦੀ ਆਰਥਿਕ ਸਮਾਜਿਕ ਸਥਿਤੀ ਜਿਹੜੀ ਹੈ ਸੁਧਰੇ, ਸਮੱਸਿਆਵਾਂ ਜਿਹੜੀਆਂ ਨੇ ਸੌਰਟ ਆਊਟ ਹੋਣ, ਸਮੱਸਿਆਵਾਂ ਦਾ ਗਿਆਨ ਜਿਹੜਾ ਹੈ ਉਹਨਾਂ ਨੂੰ ਪ੍ਰਾਪਤ ਹੋ ਸਕੇ। ਸੋ ਇਹ ਸੀ ਅੱਜ ਦਾ ਵੀਡੀਓ। ਮਿਲਦੇ ਹਾਂ ਨਵੇਂ ਵੀਡੀਓ ਦੇ ਨਾਲ।